Good morning, friends. Today we will discuss Language First PS TET 2021 questions. Question number 31st is ਰਹਿਮਤ ਖੁਸ਼ ਹੈ ਕਿਉਂਕਿ ਉਹ ਜਮਾਤ ਵਿੱਚ ਪਹਿਲੇ ਨੰਬਰ ਤੇ ਆਇਆ ਹੈ। ਇਸ ਵਾਕ ਦੀ ਕਿਸਮ ਪਛਾਣੋ। ਇਹ ਇੱਕ ਤੁਹਾਨੂੰ ਵਾਕ ਦਿੱਤਾ ਆ ਕਿ ਇਹ ਤੁਸੀਂ ਇਹ ਦੱਸਣਾ ਕਿ ਇਹ ਕਿਹੜਾ ਵਾਕ ਆ, ਸੰਯੁਕਤ ਵਾਕ ਆ, ਮਿਸ਼ਰਤ ਵਾਕ ਆ, ਸਧਾਰਨ ਵਾਕ ਆ ਜਾਂ ਗੁੰਝਲਦਾਰ ਵਾਕ ਆ। ਠੀਕ ਹੈ, ਇਹਦੇ 'ਚ ਜਿਹੜਾ ਸੰਯੁਕਤ ਵਾਕ ਹੁੰਦਾ ਵਾ, ਸੰਯੁਕਤ ਵਾਕ ਦੇ ਵਿੱਚ ਦੋ ਸਮਾਨ ਯੋਜਕ ਦੋ ਉਪਵਾਕਾਂ ਨੂੰ ਆਪਸ 'ਚ ਜੋੜਦੇ ਆ। ਮਿਸ਼ਰਤ ਵਾਕ ਦੇ ਵਿੱਚ ਦੋ ਵਾਕ ਆਪਸ 'ਚ ਇਸ ਤਰ੍ਹਾਂ ਜੋੜਦੇ ਆ ਕਿ ਇਹ ਇੱਕ ਦੂਜੇ ਦਾ ਹਿੱਸਾ ਬਣ ਜਾਂਦੇ ਆ। ਸਧਾਰਨ ਵਾਕ ਦੇ ਵਿੱਚ ਇੱਕ ਕਿਰਿਆ ਹੁੰਦੀ ਆ ਤੇ ਇਹ ਕੁਐਸਚਨ ਦਾ ਆਨਸਰ ਆ ਮਿਸ਼ਰਤ ਵਾਕ, ਆਪਸ਼ਨ ਨੰਬਰ ਬੀ। ਆਪਸ਼ਨ ਨੰਬਰ बी। नेक्स्ट क्वेश्चन 32 सही मिलान करो। ये तुसी जेड़े आ मैच दी कॉलम, ठीक है, ये तुसी दसने आ कि जिवें फौज आ वो केड़ा नाम आ, सतलुज आ वो केड़ा नाम आ, इवें जिवें कि फस्ट ऑप्शन आ फौज। फौज केड़ा नाम आ, इकट्ठवाचक नाम, इकट्ठवाचक नाम। सैकेंड ऑप्शन आ सतलुज। सतलुज किसी दरिया का नाम आ, ये की हो गया एक खास नाम, खास नाम। दयालु, दयालु गुणवाचक विशेषण आ, दयालु की आ गुणवाचक विशेषण। शाबाश, शाबाश किसी नूं हल्लाशारी देनी वो की आ प्रशंसावाचक विस्मक, किसी की तारीफ करनी। सो यदी ऑप्शन है आंसर ऑप्शन नंबर बी। ऑप्शन नंबर बी। फौज इकट्ठवाचक नाम है, सतलुज खास नाम है, दयालु गुणवाचक विशेषण है, शाबाश प्रशंसावाचक विस्मयक है। नैक्सट क्वेश्चन तवर्ग किहड़े व्यंजन हैं। तवर्ग किहड़े व्यंजन हैं, तवर्ग किहड़े व्यंजन हुंदे आ, दंती। किहड़े व्यंजन हुंदे आ, दंती। ऑप्शन नंबर ए, ऑप्शन नंबर ए। नैक्सट क्वेश्चन 34 गुरमुखी लिपि की वर्णमाला विचले स्वर किहड़े हैं। गुरमुखी लिपि आ जो साडी उड़ाड़ा की मतलब पूरी गुरमुखी आ लिपि आ, उहदे विच स्वर किहड़े आउंदे आ, उहदे विच स्वर 3 स्वर आउंदे आ। ऑप्शन नंबर सी, ऑप्शन नंबर सी ऊड़ा ऐड़ा ईड़ी, ऊड़ा ऐड़ा ईड़ी। उस तो बाद नैक्सट क्वेश्चन 35 ਜਦੋਂ ਇੱਕ ਭਾਸ਼ਾ ਵਿੱਚ ਕਿਸੇ ਹੋਰ ਭਾਸ਼ਾ ਦੇ ਸ਼ਬਦਾਂ ਨੂੰ ਹੂਬਹੂ ਰੂਪ ਵਿੱਚ ਸ਼ਾਮਲ ਕਰ ਲਿਆ ਜਾਂਦਾ ਹੈ ਤਾਂ ਉਹਨਾਂ ਸ਼ਬਦਾਂ ਨੂੰ ਕੀ ਆਖਦੇ ਹਨ। ਜਦੋਂ ਅਸੀਂ ਕਿਸੇ ਭਾਸ਼ਾ ਦੇ ਸ਼ਬਦ ਕਿਸੇ ਦੂਸਰੀ ਭਾਸ਼ਾ ਦੇ ਵਿੱਚ ਯੂਜ਼ ਕਰਦੇ ਹਾਂ, ਸੇਮ ਕੋਈ ਬਦਲਾਅ ਨਹੀਂ ਲਿਆਉਂਦੇ ਆਪਾਂ ਉਹਦੇ ਵਿੱਚ, ਤਾਂ ਉਹਨਾਂ ਨੂੰ ਕੀ ਕਿਹਾ ਜਾਂਦਾ ਵਾ, ਤਤਸਮ ਸ਼ਬਦ। ਉਹਨਾਂ ਨੂੰ ਕੀ ਬੋਲਿਆ ਜਾਂਦਾ ਆ, ਤਤਸਮ ਸ਼ਬਦ। ਤੇ ਜੇ ਆਪਾਂ ਕਿਸੇ ਭਾਸ਼ਾ ਦੇ ਸ਼ਬਦਾਂ ਨੂੰ ਦੂਸਰੀ ਭਾਸ਼ਾ ਦੇ ਵਿੱਚ ਲੈ ਕੇ ਆਉਂਦੇ ਆ ਬਟ ਥੋੜ੍ਹਾ ਬਹੁਤ ਬਦਲਾਅ ਲਿਆਉਂਦੇ ਆ ਆਪਾਂ ਉਹਦੇ ਵਿੱਚ, ਤੇ ਉਹਨਾਂ ਸ਼ਬਦਾਂ ਨੂੰ ਕੀ ਆਖਦੇ ਆ, ਤਦਭਵ ਸ਼ਬਦ, ਤਦਭਵ ਸ਼ਬਦ। ਦਾ ਨੈਕਸਟ ਕੁਐਸਚਨ ਇਜ਼ ਪੰਜਾਬੀ ਭਾਸ਼ਾ ਦੀਆਂ ਵਿਅੰਜਨ ਧੁਨੀਆਂ ਵਿੱਚੋਂ ਕੰਬਵਾਂ ਵਿਅੰਜਨ ਕਿਹੜਾ ਹੈ। ਜੋ ਪੰਜਾਬੀ ਭਾਸ਼ਾ ਦੀਆਂ ਵਿਅੰਜਨ ਧੁਨੀਆਂ ਵਾ ਉਹਨਾਂ ਵਿੱਚੋਂ ਵਿਅੰਜਨ ਜਿਹੜਾ ਕੰਬਵਾਂ ਵਿਅੰਜਨ ਕਿਹੜਾ ਵਾ, ਉਹ ਇੱਕ ਹੀ ਵਿਅੰਜਨ ਆ, ਉਹ ਹੈਗਾ ਹੈ ਆਪਸ਼ਨ ਨੰਬਰ ਏ ਰਾਰਾ, ਰਾਰਾ। ਨੈਕਸਟ ਕੁਐਸਚਨ ਇਜ਼ ਬੁੱਲਾਂ ਦੀ ਸਥਿਤੀ ਦੀ ਦ੍ਰਿਸ਼ਟੀ ਤੋਂ ਪੰਜਾਬੀ ਸਵਰਾਂ ਨੂੰ ਕਿੰਨੇ ਵਰਗਾਂ ਵਿੱਚ ਵੰਡਿਆ ਜਾਂਦਾ ਹੈ। ਕਿ ਜਿਵੇਂ ਅਸੀਂ ਬੁੱਲਾਂ ਨੂੰ ਮੂਵ ਕਰਦੇ ਹਾਂ, ਆਪਣੇ ਲਿਪਸ ਨੂੰ ਮੂਵ ਕਰਦੇ ਹਾਂ, ਤਾਂ ਅਸੀਂ ਪੰਜਾਬੀ ਸਵਰਾਂ ਨੂੰ ਕਿੰਨੇ ਵਰਗਾਂ ਦੇ ਵਿੱਚ ਵੰਡ ਸਕਦੇ ਹਾਂ, 2 ਵਰਗਾਂ ਦੇ ਵਿੱਚ। ਕਿੰਨੇ ਵਰਗਾਂ ਦੇ ਵਿੱਚ ਵੰਡ ਸਕਦੇ ਹਾਂ, 2 ਵਰਗਾਂ ਦੇ ਵਿੱਚ। ਆਪਸ਼ਨ ਨੰਬਰ ਡੀ, ਆਪਸ਼ਨ ਨੰਬਰ ਡੀ। ਨੈਕਸਟ ਕੁਐਸਚਨ ਜੱਟ ਪਿਆਈ ਲੱਸੀ ਤੇ ਗਲ ਵਿੱਚ ਪਾ ਲਈ ਰੱਸੀ, ਇਸ ਅਖਾਣ ਦੀ ਵਰਤੋਂ ਕਿਹੜੇ ਸਮੇਂ ਕੀਤੀ ਜਾਂਦੀ ਆ। ਇਹ ਜੋ ਵਿਖਾਣ ਆ ਇਸ ਨੂੰ ਕਿਸ ਸਮੇਂ ਵਰਤਿਆ ਜਾਂਦਾ ਵਾ, ਇਸ ਨੂੰ ਵਰਤਿਆ ਜਾਂਦਾ ਹੈ ਆਪਸ਼ਨ ਨੰਬਰ ਏ, ਜਦੋਂ ਅਸੀਂ ਕਿਸੇ ਲਈ ਕੋਈ ਕੰਮ ਕੀਤਾ ਤਾਂ ਅਸੀਂ ਉਸ ਅਹਿਸਾਨ ਨੂੰ ਦੁਬਾਰਾ ਜਤਾਈ ਜਾਈਏ ਕਿ ਅਸੀਂ ਤੇਰੇ ਲਈ ਇਹ ਕੀਤਾ ਆ। ਜਦੋਂ ਕੋਈ ਥੋੜ੍ਹੇ ਜਿਹੇ ਅਹਿਸਾਨ ਨੂੰ
ਵਾਰ-ਵਾਰ ਜਤਾਈ ਜਾਵੇ। ਜਦੋਂ ਕੋਈ ਥੋੜ੍ਹੇ ਜਿਹੇ ਅਹਿਸਾਨ ਨੂੰ ਵਾਰ-ਵਾਰ ਜਤਾਈ ਜਾਵੇ। ਨੈਕਸਟ ਕੁਐਸਚਨ 39, ਹੇਠ ਲਿਖਿਆਂ ਵਿੱਚੋਂ ਕਿਹੜਾ ਸਤਿਕਾਰਵਾਚਕ ਵਿਸਮਕ ਨਹੀਂ ਹੈ? ਸਤਿਕਾਰ ਮੀਨਸ ਜਦੋਂ ਤੁਸੀਂ ਕਿਸੇ ਨੂੰ ਰਿਸਪੈਕਟ ਦਿੰਦੇ ਹੋ, ਇਹਨਾਂ 'ਚੋਂ ਕਿਹੜਾ ਨਹੀਂ ਹੈ? ਆਓ ਜੀ, ਇਹ ਸਤਿਕਾਰਵਾਚਕ ਹੈ। ਧੰਨ ਭਾਗ, ਇਹ ਵੀ ਸਤਿਕਾਰਵਾਚਕ ਹੈ। ਜੀ ਆਇਆਂ ਨੂੰ, ਇਹ ਵੀ ਸਤਿਕਾਰਵਾਚਕ ਹੈ। ਭਲਾ ਹੋਵੇ, ਇਹ ਇੱਕ ਅਸੀਸ ਆ, ਇਹ ਸਤਿਕਾਰਵਾਚਕ ਨਹੀਂ ਹੈ। ਸੋ ਆਂਸਰ ਇਜ਼ ਆਪਸ਼ਨ ਨੰਬਰ ਸੀ। ਆਂਸਰ ਇਜ਼ ਆਪਸ਼ਨ ਨੰਬਰ ਸੀ, ਭਲਾ ਹੋਵੇ। ਨੈਕਸਟ ਕੁਐਸਚਨ, ਗਿਆਤ ਤੋਂ ਅਗਿਆਤ ਦੇ ਨਿਯਮ ਉੱਪਰ ਆਧਾਰਿਤ ਵਿਆਕਰਣ ਪੜ੍ਹਾਉਣ ਦੀ ਵਿਧੀ ਕਿਹੜੀ ਹੈ? ਗਿਆਤ ਤੋਂ ਗਿਆਤ, ਨੋਨ ਟੂ ਅਨਨੋਨ। ਨੋਨ ਟੂ ਅਨਨੋਨ ਮਤਲਬ ਤੁਹਾਨੂੰ ਪਤਾ ਵਾ ਉਸ ਚੀਜ਼ ਨੂੰ ਯੂਜ਼ ਕਰਕੇ, ਜਿਹੜੀ ਚੀਜ਼ ਨਹੀਂ ਪਤਾ ਉਹਨੂੰ ਪੜ੍ਹਨਾ ਜਾਂ ਉਹਨੂੰ ਸਮਝਣਾ। ਠੀਕ ਹੈ, ਉਸ ਵਿਧੀ ਨੂੰ ਕੀ ਬੋਲਿਆ ਜਾਂਦਾ ਹੈ? 40 ਦਾ ਆਂਸਰ ਨੰਬਰ ਬੀ, ਆਗਮਨ ਵਿਧੀ। ਆਗਮਨ ਵਿਧੀ। ਨੈਕਸਟ ਕੁਐਸਚਨ ਇਜ਼, ਭਾਸ਼ਾ ਸਿੱਖਿਆ ਦਾ ਸਭ ਤੋਂ ਪਹਿਲਾ ਪੜਾਅ ਕਿਹੜਾ ਹੈ? ਜਦੋਂ ਅਸੀਂ ਕੋਈ ਭਾਸ਼ਾ ਸਿੱਖਦੇ ਹਾਂ ਤਾਂ ਸਭ ਤੋਂ ਪਹਿਲਾ ਜਿਹੜਾ ਵਾ, ਪਹਿਲਾ ਸਟੇਜ ਕਿਹੜੀ ਹੁੰਦੀ ਹੈ? ਸਭ ਤੋਂ ਪਹਿਲਾਂ ਅਸੀਂ ਕੀ ਕਰਦੇ ਹਾਂ? ਸੁਣਦੇ ਹਾਂ, ਸਮਝਦੇ ਹਾਂ। ਸੋ ਆਪਸ਼ਨ ਨੰਬਰ ਬੀ, ਸੁਣਨਾ ਤੇ ਸਮਝਣਾ। ਨੈਕਸਟ ਕੁਐਸਚਨ, ਕਵਿਤਾ ਪਾਠ ਦੇ ਉਦੇਸ਼ਾਂ ਦੀ ਪੂਰਤੀ ਲਈ ਮਿਡਲ ਪੱਧਰ ਉੱਤੇ ਕਵਿਤਾ ਪੜ੍ਹਾਉਣ ਦੀ ਕਿਸ ਵਿਧੀ ਨੂੰ ਉੱਤਮ ਮੰਨਿਆ ਜਾਂਦਾ ਹੈ? ਇਸ ਕੁਐਸਚਨ 'ਚ ਉਹਨਾਂ ਨੇ ਪੁੱਛਿਆ ਕਿ ਜਦੋਂ ਅਸੀਂ ਕੋਈ ਕਵਿਤਾ 8th ਕਲਾਸ ਤੱਕ ਦੇ ਬੱਚਿਆਂ ਨੂੰ ਪੜ੍ਹਾਉਂਦੇ ਹਾਂ ਤਾਂ ਕਿਸ ਮਤਲਬ ਟੈਕਨੀਕ ਨੂੰ ਅਸੀਂ ਯੂਜ਼ ਕਰਦੇ ਹਾਂ ਕਿ ਜਿਸ ਨਾਲ ਬੱਚਿਆਂ ਨੂੰ ਵਧੀਆ ਤਰੀਕੇ ਨਾਲ ਸਮਝ ਆ ਸਕੇ ਉਸ ਪੋਇਮ ਦੀ? ਉਹਦੇ ਲਈ ਅਸੀਂ ਆਪਸ਼ਨ ਨੰਬਰ ਆਂਸਰ ਹੈ ਸੀ, ਵਿਆਖਿਆ ਵਿਧੀ। ਅਸੀਂ ਉਹ ਕਵਿਤਾ ਨੂੰ ਮਤਲਬ ਪੜ੍ਹਦੇ ਹਾਂ, ਬੋਲਦੇ ਹਾਂ ਅਤੇ ਉਹਦੀ ਨਾਲ ਨਾਲ ਵਿਆਖਿਆ ਕਰਦੇ ਹਾਂ ਜਿਸ ਤਰੀਕੇ ਨਾਲ ਕਿ ਬੱਚਿਆਂ ਨੂੰ ਉਹ ਕਵਿਤਾ ਸਮਝ ਆ ਜਾਵੇ। ਨੈਕਸਟ ਕੁਐਸਚਨ, ਪੰਜਾਬੀ ਭਾਸ਼ਾ ਦੀ ਸਿੱਖਿਆ ਦੇ ਸਹਾਇਕ ਸਾਧਨਾਂ ਵਿੱਚੋਂ ਲਿੰਗੂਆ ਫੋਨ ਕਿਸ ਸਾਧਨ ਦਾ ਸੁਧਾਰਿਆ ਰੂਪ ਹੈ? ਜਿਵੇਂ ਕਿ ਅਸੀਂ ਕੋਈ ਵੀ ਭਾਸ਼ਾ ਸਿਖਾਉਂਦੇ ਹਾਂ ਜਾਂ ਪੜ੍ਹਾਉਂਦੇ ਹਾਂ ਅਤੇ ਉਹਦੇ ਵਿੱਚ ਕੁਛ ਅਸੀਂ ਸਾਧਨ ਯੂਜ਼ ਕਰਦੇ ਹਾਂ। ਜਿਵੇਂ ਇਹਦੇ ਵਿੱਚ ਉਹ ਲਿੰਗੂਆ ਫੋਨ ਜਿਹੜਾ ਫਸਟ ਯੂਜ਼ ਕੀਤਾ ਜਾਂਦਾ ਸੀ ਅਤੇ ਉਹਨੂੰ ਹੁਣ ਥੋੜ੍ਹਾ ਚੇਂਜ ਕੀਤਾ ਗਿਆ, ਉਹਦੇ 'ਚ ਕੁਛ ਬਦਲਾਅ ਲਿਆਂਦਾ ਗਿਆ ਅਤੇ ਉਹਨੂੰ ਹੁਣ ਸੁਧਰਿਆ ਰੂਪ ਕੀ ਆ? ਉਹਨੂੰ ਕੀ ਕਹਿੰਦੇ ਹਾਂ ਆਪਾਂ? ਗ੍ਰਾਮੋਫੋਨ। 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 ਨੈਕਸਟ ਕੁਐਸਚਨ ਇਜ਼, ਅਧਿਆਪਨ ਇੱਕ ਗੁੰਝਲਦਾਰ ਪ੍ਰਕਿਰਿਆ ਹੈ। ਇਸ ਸਬੰਧ ਵਿੱਚ ਜੈਕਸਨ ਨੇ ਇਸ ਪ੍ਰਕਿਰਿਆ ਅਧੀਨ ਅਧਿਆਪਨ ਨੂੰ ਕਿੰਨੀਆਂ ਅਵਸਥਾਵਾਂ ਵਿੱਚੋਂ ਗੁਜ਼ਰਨ ਬਾਰੇ ਕਿਹਾ ਹੈ? ਜੈਕਸਨ ਨੇ ਕਿਹਾ ਕਿ ਅਧਿਆਪਨ ਜਿਹੜੀ ਹੈ ਇੱਕ ਕੰਪਲੀਕੇਟਡ ਜਿਹੜੀ ਆ ਪ੍ਰਕਿਰਿਆ ਵਾ। ਠੀਕ ਹੈ, ਇਸ ਲਈ ਉਹਨੇ ਮਤਲਬ ਕਿਹਾ ਵਾ ਕਿ ਅਧਿਆਪਨ ਜਦੋਂ ਕੋਈ ਟੀਚਰ ਟੀਚ ਕਰਦਾ ਵਾ ਉਹਦੀਆਂ ਕਿੰਨੀਆਂ ਸਟੇਜਸ 'ਚੋਂ ਉਹਨੂੰ ਮਤਲਬ ਨਿਕਲਣਾ ਪੈਂਦਾ ਆ, ਅਤੇ ਇਹਦਾ ਆਨਸਰ ਆ ਆਪਸ਼ਨ ਨੰਬਰ ਏ, 3 ਸਟੇਜਸ 'ਚੋਂ। ਕਿੰਨੀਆਂ ਸਟੇਜਸ 'ਚੋਂ ਉਹਨੂੰ ਨਿਕਲਣਾ ਪੈਂਦਾ ਆ? 3 ਸਟੇਜਸ 'ਚੋਂ। ਨੈਕਸਟ ਕੁਐਸਚਨ, ਵਿਦਿਆਰਥੀਆਂ ਦੀ ਭਾਸ਼ਾ ਸੰਬੰਧੀ ਤਰੁੱਟੀਆਂ ਨੂੰ ਦੂਰ ਕਰਨ ਲਈ ਆਮ ਤੌਰ 'ਤੇ ਕਿਹੜੀ ਵਿਧੀ ਦੀ ਵਰਤੋਂ ਕੀਤੀ ਜਾਂਦੀ ਹੈ? ਇਹ ਕੁਐਸਚਨ 'ਚ ਪੁੱਛਿਆ ਗਿਆ ਆ ਕਿ ਜੇ ਬੱਚੇ ਨੂੰ ਲੈਂਗੁਏਜ ਬੋਲਣ 'ਚ, ਸਮਝਣ 'ਚ, ਲਿਖਣ 'ਚ ਕੋਈ ਪ੍ਰੋਬਲਮ ਆਉਂਦੀ ਆ ਤਾਂ ਤੁਸੀਂ ਕਿਹੜੀ ਵਿਧੀ ਦੀ ਜਿਹੜੀ ਆ ਵਰਤੋਂ ਕਰਦੇ ਹੋ? ਵਿਅਕਤੀਗਤ ਉਪਚਾਰ ਵਿਧੀ ਦੀ ਵਰਤੋਂ ਕਰਦੇ ਹੋ, ਸਮੂਹਿਕ ਉਪਚਾਰ ਵਿਧੀ ਦੀ ਵਰਤੋਂ ਕਰਦੇ ਹੋ, ਗੁੱਟ ਉਪਚਾਰ ਵਿਧੀ ਦੀ ਵਰਤੋਂ ਕਰਦੇ ਹੋ? ਇਹਦਾ ਆਨਸਰ ਆ ਆਪਸ਼ਨ ਨੰਬਰ ਡੀ। ਅਸੀਂ ਉਪਰੋਕਤ ਅਸੀਂ ਸਾਰੇ ਯੂਜ਼ ਕਰ ਸਕਦੇ ਹਾਂ, ਕਿਉਂਕਿ ਹੋ ਸਕਦਾ ਕਿਸੇ ਬੱਚੇ ਨੂੰ ਬੋਲਣ 'ਚ ਪ੍ਰੋਬਲਮ ਹੋਵੇ, ਕਿਸੇ ਨੂੰ ਗਰੁੱਪ 'ਚ ਬੋਲਣ 'ਚ ਪ੍ਰੋਬਲਮ ਹੋਵੇ। ਠੀਕ ਹੈ, ਅਤੇ ਇਸ ਲਈ ਅਸੀਂ ਸਾਰੀਆਂ ਵਿਧੀਆਂ ਯੂਜ਼ ਕਰ ਸਕਦੇ ਹਾਂ ਬੱਚੇ ਦੀ ਲੈਂਗੁਏਜ ਸੰਬੰਧੀ ਕੋਈ ਵੀ ਪ੍ਰੋਬਲਮ ਨੂੰ ਦੂਰ ਕਰਨ ਵਾਸਤੇ। ਸੋ ਦਾ ਨੈਕਸਟ ਕੁਐਸਚਨ ਇਜ਼, ਹੇਠ ਲਿਖੀ ਵਾਰਤਕ ਟੁਕੜੀ ਨੂੰ ਪੜ੍ਹੋ ਅਤੇ ਹੇਠਾਂ ਦਿੱਤੇ ਗਏ ਪ੍ਰਸ਼ਨਾਂ ਦੇ ਉੱਤਰ ਦਿਓ। ਇਹ ਹੈ, ਮੇਰੀ ਨਜ਼ਰ ਵਿੱਚ ਕਵਿਤਾ ਇੱਕ ਝੱਲ ਹੈ, ਜਾਂ ਇਹ ਕਹਿ ਲਓ ਕਿ ਜਿਉਣ ਦਾ ਵੱਲ ਹੈ, ਮੁਹੱਬਤ ਦਾ ਜਨੂੰਨ ਹੈ, ਵਸਲ ਦਾ ਸਕੂਨ ਹੈ, ਵਿਛੋੜੇ ਦੀ ਕਸਕ ਹੈ ਅਤੇ ਵੈਣਾਂ ਦੀ ਵੇਦਨਾ ਹੈ ਕਵਿਤਾ। ਇਹ ਮਤਲਬ ਪੂਰਾ ਪੈਰਾ ਤੁਸੀਂ ਰੀਡ ਕਰਕੇ, ਇਹਦੇ ਵਿੱਚੋਂ ਕੁਛ ਕੁਐਸਚਨ ਪੁੱਛੇ ਜਾਣਗੇ ਤੁਹਾਡੇ ਕੋਲੋਂ, ਤੁਸੀਂ ਉਹ ਪੈਰੇ ਨੂੰ ਰੀਡ ਕਰਕੇ ਉਸ ਕੁਐਸਚਨਸ ਦੇ ਆਨਸਰ ਦੇਣੇ ਆ।
ਸੋ ਫਸਟ ਕੁਐਸਚਨ ਇਜ਼ ਪੈਰੇ ਦਾ ਢੁਕਵਾਂ ਸਿਰਲੇਖ ਕੀ ਹੈ। ਇਸ ਪੂਰੇ ਪੈਰੇ ਨੂੰ ਪੜ੍ਹਨ ਤੋਂ ਬਾਅਦ ਤੁਹਾਨੂੰ ਪਤਾ ਚੱਲ ਜਾਏਗਾ ਕਿ ਪੈਰਾ ਕਿਸ ਬਾਰੇ ਆ ਤੇ ਇਹਦਾ ਅਸੀਂ ਕੀ ਨੇਮ ਦੇ ਸਕਦੇ ਹਾਂ। ਤਾਂ ਪੈਰੇ ਦਾ ਜਿਹੜਾ ਢੁਕਵਾਂ ਸਿਰਲੇਖ ਆ ਉਹ ਕੀ ਆ, ਕਵਿਤਾ ਦਾ ਦਾਇਰਾ, ਕਵਿਤਾ ਦਾ ਦਾਇਰਾ, ਆਪਸ਼ਨ ਨੰਬਰ ਬੀ। ਨੈਕਸਟ ਕੁਐਸਚਨ, ਪੈਰੇ ਵਿੱਚ ਵਰਤਿਆ ਗਿਆ ਸ਼ਬਦ ਦੀਰਘ ਡੈਸ਼ ਹੈ। ਜਿਹੜਾ ਸ਼ਬਦ ਉਹਨਾਂ ਨੇ ਦੀਰਘ ਵਰਤਿਆ ਆ ਕਿ ਇਹ ਕਿਸੇ ਹੋਰ ਭਾਸ਼ਾ 'ਚੋਂ ਲਿਆ ਗਿਆ ਆ, ਕਿ ਇਹ ਤਤਸਮ ਸ਼ਬਦ ਦਾ ਸੇਮ ਲੈ ਲਿਆ ਗਿਆ ਜਾਂ ਇਹਦੇ 'ਚ ਕੁਛ ਬਦਲਾਅ ਲਿਆਂਦਾ ਗਿਆ, ਇਹਦੇ 'ਚ ਕੁਛ ਬਦਲਾਅ ਲਿਆਂਦਾ ਗਿਆ ਹੈ। ਸੋ ਇਹਦਾ ਆਨਸਰ ਹੈਗਾ ਆ ਆਪਸ਼ਨ ਨੰਬਰ 47 ਦਾ ਏ, ਤਤਸਮ ਸ਼ਬਦ। ਤਤਸਮ ਸ਼ਬਦ, ਇਹਦੇ ਵਿੱਚ ਕੋਈ ਵੀ ਬਦਲਾਅ ਨਹੀਂ ਲਿਆਂਦਾ ਗਿਆ, ਤਤਸਮ ਸ਼ਬਦ। ਨੈਕਸਟ ਕੁਐਸਚਨ, ਸਾਰ ਅਤੇ ਪਾਰ ਤੋਂ ਕੀ ਭਾਵ ਹੈ। ਸਾਰ ਅਤੇ ਪਾਰ ਤੋਂ ਕੀ ਭਾਵ ਹੈ। ਇਹਦਾ ਆਨਸਰ ਆ ਪੂਰਨ ਗਿਆਨ, ਪੂਰੀ ਤਰ੍ਹਾਂ ਗਿਆਨ ਹੋਣਾ। ਸਾਰ ਅਤੇ ਪਾਰ ਦਾ ਮਤਲਬ ਆ ਤੁਹਾਨੂੰ ਪੂਰਾ ਗਿਆਨ ਜਿਹੜਾ ਹੋਣਾ, ਆਪਸ਼ਨ ਨੰਬਰ ਸੀ, ਆਪਸ਼ਨ ਨੰਬਰ ਸੀ। ਨੈਕਸਟ ਕੁਐਸਚਨ, ਵੈਣ ਸ਼ਬਦ ਕਿਸ ਅਵਸਥਾ ਨਾਲ ਸੰਬੰਧਿਤ ਹੈ। ਜੋ ਅਸੀਂ ਪੰਜਾਬੀ ਭਾਸ਼ਾ 'ਚ ਵੈਣ ਸ਼ਬਦ ਯੂਜ਼ ਕਰਦੇ ਹਾਂ ਉਹ ਕਿਸ ਨਾਲ ਸੰਬੰਧਿਤ ਆ, ਦੁਖਾਂਤਕ ਸ਼ਬਦ ਆ, ਦੁਖਾਂਤਕ, ਦੁੱਖ ਦੇ ਲਈ ਯੂਜ਼ ਕੀਤਾ ਜਾਂਦਾ ਵਾ, ਆਪਸ਼ਨ ਨੰਬਰ ਡੀ, ਆਪਸ਼ਨ ਨੰਬਰ ਡੀ। ਨੈਕਸਟ ਕੁਐਸਚਨ, ਉਪਰੋਕਤ ਪੈਰੇ ਵਿੱਚ ਆਏ ਸ਼ਬਦ ਕਸਕ ਦਾ ਅਰਥ ਕੀ ਹੈ। ਜੋ ਅਸੀਂ ਉੱਪਰ ਪੈਰਾ ਪੜ੍ਹਿਆ ਹੈ ਕਵਿਤਾ ਦਾ, ਉਹਦੇ ਵਿੱਚ ਜਿਹੜਾ ਸ਼ਬਦ ਕਸਕ ਆਇਆ ਆ ਉਸ ਦਾ ਅਰਥ ਕੀ ਆ। ਉਸ ਦਾ ਅਰਥ ਆ, ਕਸਕ ਦਾ ਮਤਲਬ ਚੋਭ, ਆਪਸ਼ਨ ਨੰਬਰ ਏ, ਚੋਭ। ਕਿਸੇ ਨੂੰ ਕੋਈ ਮਤਲਬ ਕਸਕ ਹੋਣੀ, ਮਨ ਦੇ ਵਿੱਚ ਕੋਈ ਮਤਲਬ ਟੈਨਸ਼ਨ ਹੋਣੀ, ਉਹਦਾ ਮਤਲਬ ਕੀ ਆ, ਚੋਭ, ਆਪਸ਼ਨ ਨੰਬਰ ਏ। ਨੈਕਸਟ ਕੁਐਸਚਨ, ਹੇਠ ਲਿਖਿਆਂ ਵਿੱਚੋਂ ਕਿਹੜਾ ਸ਼ਬਦ ਉਰਦੂ ਭਾਸ਼ਾ ਦਾ ਨਹੀਂ ਹੈ। ਇਹਨਾਂ ਸ਼ਬਦਾਂ ਤੋਂ ਤੁਸੀਂ ਦੱਸਣਾ ਵਾ ਕਿ ਕਿਹੜਾ ਸ਼ਬਦ ਜਿਹੜਾ ਵਾ ਉਰਦੂ ਭਾਸ਼ਾ ਦਾ ਨਹੀਂ ਹੈ। ਸੋ ਇਹਦਾ ਆਨਸਰ ਹੈ ਟਾਰਾ, ਟਾਰਾ, ਡੀ ਆਪਸ਼ਨ। ਨੈਕਸਟ ਕੁਐਸਚਨ, ਝਲਾਰ ਕੀ ਹੈ। ਝਲਾਰ ਸ਼ਬਦ ਜੋ ਅਸੀਂ ਯੂਜ਼ ਕਰਦੇ ਹਾਂ ਉਹ ਸ਼ਬਦ ਮਤਲਬ ਕੀ ਆ, ਕਿਸ ਚੀਜ਼ ਲਈ ਉਹਨੂੰ ਯੂਜ਼ ਕੀਤਾ ਜਾਂਦਾ ਵਾ। ਉਹ ਹੈਗਾ ਆ ਸਿੰਚਾਈ ਦਾ ਸਹਾਇਕ ਸਾਧਨ ਹੈ। ਜਦੋਂ ਅਸੀਂ ਖੇਤਾਂ ਨੂੰ ਪਾਣੀ ਲਾਉਂਦੇ ਹਾਂ ਉਸ ਸਹਾਇਕ ਸਿੰਚਾਈ ਦੇ ਵਿੱਚ ਜਦੋਂ ਇਹ ਹੈਲਪ ਕਰਦਾ ਆ, ਇਹ ਜਿਹੜਾ ਵਾ ਝਲਾਰ, ਇਹ ਇੱਕ ਸਾਧਨ ਆ ਜਿਹੜਾ ਹੈਲਪ ਕਰਦਾ ਵਾ ਜਦੋਂ ਅਸੀਂ ਫਸਲਾਂ ਨੂੰ ਪਾਣੀ ਦਿੰਦੇ ਹਾਂ। ਉਪਰੋਕਤ ਪੈਰਾ ਕਿਸ ਪੁਸਤਕ ਵਿੱਚੋਂ ਲਿਆ ਗਿਆ ਹੈ। ਜੋ ਅਸੀਂ ਪੈਰਾ ਕਵਿਤਾ ਦਾ ਪੜ੍ਹ ਕੇ ਆਏ ਹਾਂ ਉਹ ਪੁੱਛਿਆ ਗਿਆ ਹੈ ਕਿ ਇਹ ਕਿਸ ਬੁੱਕ 'ਚੋਂ ਅਤੇ ਕਿਸ ਆਥਰ ਦਾ ਲਿਖਿਆ ਹੋਇਆ ਆ। ਸੋ ਇਹਦਾ ਆਨਸਰ ਆ ਸੀ ਆਪਸ਼ਨ, ਜਿੰਦ ਭੱਠੀ ਦੇ ਦਾਣੇ, ਸਤਵਿੰਦਰ ਸਿੰਘ ਧਨੋਆ, ਆਪਸ਼ਨ ਨੰਬਰ ਸੀ। ਬੁੱਕ ਦਾ ਨੇਮ ਆ ਜਿੰਦ ਭੱਠੀ ਦੇ ਦਾਣੇ ਅਤੇ ਲਿਖਿਆ ਇਹਨੂੰ ਕਿੰਨੇ ਆ, ਸਤਵਿੰਦਰ ਸਿੰਘ ਧਨੋਆ ਨੇ। ਨੈਕਸਟ ਕੁਐਸਚਨ, ਫਿਰ ਇੱਕ ਸਾਨੂੰ ਕਾਵਿ ਟੋਟਾ ਦਿੱਤਾ ਗਿਆ ਆ, ਪੜ੍ਹ ਕੇ ਇਹਦਾ ਹੇਠ ਲਿਖੇ ਕਾਵਿ ਟੋਟੇ ਨੂੰ ਪੜ੍ਹ ਕੇ ਉਸ ਦੇ 54 ਤੋਂ 60 ਪ੍ਰਸ਼ਨਾਂ ਦੇ ਉੱਤਰ ਦਿਓ। ਇਹ ਕਾਵਿ ਟੋਟਾ ਜਿਹੜਾ ਵਾ ਗੁਰਬਾਣੀ 'ਚੋਂ ਲਿਆ ਗਿਆ ਆ। ਇਸ ਗੁਰਬਾਣੀ ਦੀ ਜਿਹੜੀਆਂ ਤੁਕਾਂ ਨੂੰ ਪੜ੍ਹ ਕੇ ਤੁਸੀਂ ਇਹਨਾਂ ਸ਼ਬਦਾਂ ਦਾ ਆਨਸਰ ਦੇਣਾ ਆ, ਇਹਨਾਂ ਕੁਐਸਚਨਸ ਦਾ ਆਨਸਰ ਦੇਣਾ ਆ। ਇਹ ਸ਼ਬਦ ਜਿਹੜੇ ਗੁਰਬਾਣੀ ਦੀਆਂ ਤੁਕਾਂ ਵਾ ਇਹ ਜਪਜੀ ਸਾਹਿਬ ਦੇ ਪਾਠ ਵਿੱਚੋਂ ਲਈਆਂ ਗਈਆਂ ਵਾ। ਸਭ ਤੋਂ ਪਹਿਲਾ ਕੁਐਸਚਨ ਆ ਇਹਦੇ ਵਿੱਚ, ਪੋ ਸ਼ਬਦ ਤੋਂ ਕੀ ਭਾਵ ਹੈ। ਜੋ ਗੁਰਬਾਣੀ ਦੇ ਵਿੱਚ ਇਹਨਾਂ ਤੁਕਾਂ ਦੇ ਵਿੱਚ ਸ਼ਬਦ ਵਰਤਿਆ ਗਿਆ ਆ ਪੋ, ਉਸ ਦਾ ਮਤਲਬ ਕੀ ਹੈ। ਉਸ ਦਾ ਮਤਲਬ ਹੈ ਡਰ, ਆਪਸ਼ਨ ਨੰਬਰ ਏ, ਉਸ ਦਾ ਮਤਲਬ ਹੈ ਡਰ, ਆਪਸ਼ਨ ਨੰਬਰ ਏ। ਨੈਕਸਟ ਕੁਐਸਚਨ, ਹੇਠ ਲਿਖਿਆਂ ਵਿੱਚੋਂ ਕਿਹੜਾ ਸ਼ਬਦ ਭਾਵਵਾਚਕ ਨਹੀਂ ਹੈ। ਇਹਨਾਂ ਵਿੱਚੋਂ ਤੁਸੀਂ ਦੱਸਣਾ ਹੈ ਕਿ ਕਿਸ ਸ਼ਬਦ ਦੇ ਵਿੱਚ ਕੋਈ ਮਤਲਬ ਫੀਲਿੰਗ ਨਹੀਂ ਆ ਰਹੀ, ਭਾਵਵਾਚਕ ਨਹੀਂ ਹੈ। ਇਹਦਾ ਆਨਸਰ ਆ ਆਪਸ਼ਨ ਨੰਬਰ ਬੀ, ਖਲਾ, ਆਪਸ਼ਨ ਨੰਬਰ ਬੀ, ਖਲਾ। ਨੈਕਸਟ ਕੁਐਸਚਨ, ਅਹਰਣ ਮਤ ਵੇਦ ਹਥਿਆਰ ਪੰਕਤੀ ਵਿੱਚ ਆਏ ਸ਼ਬਦ ਵੇਦ ਦਾ ਸਹੀ ਅਰਥ ਕੀ ਹੈ।
वेद का सही अर्थ की है? वेद का मतलब इत्थे ये नहीं है कि धार्मिक ग्रंथ, इत्थे वेद का मतलब है ज्ञान। ऑप्शन नंबर सी, ज्ञान, किसी चीज़ की तुहानूं नॉलेज होना, ज्ञान। नैक्सट क्वेश्चन, उपरोक्त रचना का रचनहारा कौन है? जो असी तुका गुरबाणी दियाँ पढ़ के आए हैं, ये जिहड़ियां रचनावां ये किस गुरु साहिब द्वारा लिखियां गईयां वा? ये लिखियां गईयां वा श्री गुरु नानक देव जी वालों। किन्हां द्वारा लिखियां गईयां वा? श्री गुरु नानक देव जी वालों। नैक्सट क्वेश्चन, उपरोक्त रचना संबंधित बाणी की किनवीं पौड़ी है? ये जिहड़ी रचना जो काव तुकां असीं लईआं वा गुरबाणी दीआं तुकां, ये बाणी दे विच जदों असीं जपजी साहिब दा पाठ करदे हां ते इहदे विच किनवीं पौड़ी आए? सो ये हैगी आ 38ਵੀਂ पौड़ी, ऑप्शन नंबर बी, ऑप्शन नंबर बी। नैक्सट क्वेश्चन, पौड़ी विच किस छंद की वरतों हुई है? पौड़ी विच किस छंद की वरतों की गई है? पौड़ी दे विच चौपाई छंद की वरतों की गई है। किस छंद की वरतों की गई है? चौपाई छंद की वरतों की गई है। नैक्सट क्वेश्चन, हथली पौड़ी विच पहली पंक्ति तो अंतिम पंक्ति वल जांदियां पेश होए सदाचार के 5 पक्षों का सही क्रम की है? इस क्वेश्चन पूछा गया है कि जो असी पहली तो गुरबाणी की पहली तुक तो स्टार्ट होने तो लैके ਜਦੋਂ तक असीं लास्ट तुक तक ਉਹਦੀ पहुँचे हाँ, ਇਹਦੇ ਵਿੱਚ ਤੁਹਾਡੇ नेचर ਦੇ कुछ मतलब पक्ष दसे गए आ, कुछ आसपैक्ट दसे गए आ, ਤੇ ਉਹ ਜਿਹੜੇ 5 ਆਸਪੈਕਟ ਤੁਸੀਂ ਦੱਸਣੇ ਆ ਸੀਰੀਜ਼ ਦੇ ਵਿੱਚ कि फस्ट ਕਿਹੜਾ आया, सैकेंड ਕਿਹੜਾ आया, थर्ड फोर्थ फिफ्थ, ठीक है। तो ਇਹਦਾ आंसर हैगा ऑप्शन नंबर ए। सब तो पहला ਉਹਦੇ ਵਿੱਚ शब्द आया संजम, नैक्सट आया ज्ञान, डर, प्यार, कर्म। थैंक यू फ्रेंड्स।